ਦੀਪ ਸਿੱਧੂ ਦੇ ਉੱਤੇ ਲਗਾਤਾਰ ਜਿਹੜਾ ਕਿਹਾ ਜਾ ਰਿਹਾ ਜਥੇਬੰਦੀਆਂ ਵੱਲੋਂ ਜਾਂ ਜਥੇਬੰਦੀਆਂ ਨੂੰ ਸਿੱਧਾ ਨਹੀਂ ਕਿਹਾ ਜਾ ਰਿਹਾ ਤਾਂ ਸਿੱਧੇ ਢੰਗ ਨਾਲ ਕਿਹਾ ਜਾ ਰਿਹਾ ਕਿ ਉਹ ਬੀਜੇਪੀ ਦੇ ਨਾਲ ਜੁੜੇ ਹੋਏ ਸੀ ਤੇ ਬੀਜੇਪੀ ਦੀ ਸ਼ਹਿਤ ਹੀ ਸਾਰਾ ਕੁਝ ਹੋਇਆ। ਜੇ ਇਹ ਸਾਡਾ ਨਿਸ਼ਾਨ ਸਾਹਿਬ ਇੱਕ ਧਾਰਮਿਕ ਚਿੰਨ੍ਹ ਨਹੀਂ ਹੈ। ਨਿਸ਼ਾਨ ਸਾਹਿਬ ਸਾਨੂੰ ਹੱਕ ਸੱਚ ਦੀ ਲੜਾਈ ਲੜਨ ਵਾਸਤੇ ਸੀ। ਜਿੱਥੇ ਵੀ ਲੜਾਈ ਹੁੰਦੀ ਹੈ, ਜਿੱਥੇ ਵੀ ਜ਼ੁਲਮ ਹੁੰਦਾ ਹੈ, ਉਹਦੇ ਵਿਰੁੱਧ ਖੜਨ ਵਾਸਤੇ ਸਾਨੂੰ ਨਿਸ਼ਾਨ ਸਾਹਿਬ ਤੋਂ ਤਾਕਤ ਮਿਲਦੀ ਆ। ਤੇ ਅਸੀਂ ਉਹ ਜਦੋਂ ਤਾਕਤ ਨਾਲ ਹੀ ਲੜੀ ਜਾਂਦੇ, ਉਹ ਜਜ਼ਬੇ ਨਾਲ ਹੀ ਲੜਾਈ ਲੜੀ ਜਾਂਦੀ ਹੁੰਦੀ ਆ। ਜਦੋਂ ਜੇ ਤਾਂ ਗਜਨੀ ਦੇ ਬਾਜ਼ਾਰ 'ਚੋਂ ਔਰਤਾਂ ਨੂੰ ਛੁਡਾ ਕੇ ਲਿਆਉਂਦੇ ਸੀਗੇ, ਉਦੋਂ ਵੀ ਨਿਸ਼ਾਨ ਸਾਹਿਬ ਹੁੰਦਾ ਸੀਗਾ। ਪਰ ਉਦੋਂ ਤਾਂ ਇਹ ਨਹੀਂ ਕਿਹਾ ਵੀ ਇਹ ਤਾਂ ਮਸਲਾ ਹੋ ਰਿਹਾ, ਤਾਂ ਧਰਮ ਦਾ ਚਿੰਨ੍ਹ ਤੁਸੀਂ ਲਈ ਫਿਰਦੇ, ਪਰ ਨਹੀਂ। ਪਰ ਇਹਨੂੰ ਇਹ ਜੋੜ ਲੈਣਾ ਨਹੀਂ ਵੀ ਇਹਨੂੰ ਪਲਾਂਟ ਕਰਕੇ ਭੇਜਿਆ ਗਿਆ, ਤਾਂ ਇਹ ਗੱਲ 'ਚ ਨਹੀਂ ਕੋਈ ਜ਼ਿਆਦਾ ਵਜਨ ਵਾਲੀ ਗੱਲ ਨਹੀਂ ਹੈ। ਕਿਉਂਕਿ ਦੀਪ ਸਿੱਧੂ ਤਾਂ ਉਹ ਗੱਲਾਂ ਕਰਦਾ ਜਿਹੜੀ ਸੈਂਟਰ ਨਾਲ ਉਲਟਾ ਗੱਲ। ਸੋ ਇਹ 36 ਸਾਲ ਪਹਿਲਾਂ ਵੀ ਤੇ ਆਜ਼ਾਦੀ ਵੇਲੇ ਵੀ ਇਹੀ ਤਾਂ ਸਾਡੀ ਲੜਾਈ ਸੀ ਨਾ, ਵੀ ਸਾਡੇ ਜਦੋਂ ਕੁਰਬਾਨੀਆਂ ਦਿੱਤੀਆਂ ਅਸੀਂ, ਫਾਂਸੀਆਂ ਦੇ ਚੜ੍ਹੇ, ਕਾਲੇ ਪਾਣੀ ਦੀ ਸਜ਼ਾ ਸੀ ਵੱਧ ਅਸੀਂ ਭੋਗੀ, ਤੇ ਪਰ ਜਦੋਂ ਸਾਡੇ ਹੱਕਾਂ ਦੀ ਗੱਲ ਆਉਂਦੀ ਹੈ ਤੇ ਸਾਡੀ ਕੋਈ ਗੱਲ ਨਹੀਂ ਸੁਣਦਾ। ਇੱਕ ਪਾਸੇ ਉਹ ਸੰਗਤ ਕਹਿੰਦੇ ਸੀ, ਇੱਕ ਪਾਸੇ ਹੁਣ ਉਹ ਭੀੜ ਹੋ ਗਈ। ਇਹ ਦੋ ਗੱਲਾਂ ਹੀ ਹੁਣ ਐਂ ਲੱਗਦਾ ਕਿ ਡਰੇ ਜੇ ਨਜ਼ਰ ਆ ਰਹੇ ਆ ਜਿਹੜੀਆਂ ਗੱਲਾਂ ਦਲੇਰੀ ਦੀਆਂ ਕਰ ਰਹੇ ਸੀ ਉਹ। ਦੇਖੋ ਜੋ ਅੰਦਰ ਬੇਲ ਦੇ ਕੀ ਉਹਨੇ ਐਪਲੀਕੇਸ਼ਨ ਪਾਈ ਹੈ, ਕੀ ਉਹਦੀ ਭਾਵਨਾ ਜਾਂ ਵਕੀਲ ਦੀ ਕੀ ਲੈਂਗੁਏਜ ਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਜ਼ਿੰਦਾਬਾਦ ਚੈਨਲ ਤੇ ਮੈਂ ਮਨਿੰਦਰਜੀਤ ਸਿੱਧੂ। ਸੋਸ਼ਲ ਮੀਡੀਆ ਦੇ ਉੱਤੇ ਕਾਫੀ ਚਰਚਾਵਾਂ ਚੱਲ ਰਹੀਆਂ। ਕਦੇ ਕੋਈ ਜਥੇਬੰਦੀਆਂ ਖਿਲਾਫ ਬੋਲਦਾ ਹੈ, ਕਦੇ ਕੋਈ ਦੀਪ ਸਿੱਧੂ ਲੱਖਾ ਸਿਧਾਣਾ ਖਿਲਾਫ ਬੋਲਦਾ। ਲਗਾਤਾਰ ਇਹ ਮਾਹੌਲ ਜਿਹਾ ਬਣ ਰਿਹਾ ਹੈ ਕਿ ਜਿਵੇਂ ਇਹ ਲੜਾਈ ਹੁਣ ਖੇਤੀ ਬਿੱਲਾਂ ਦੀ ਨਹੀਂ, ਕੋਈ ਆਪਸ ਦੇ ਵਿੱਚ ਹੋਵੇ। ਦੀਪ ਸਿੱਧੂ ਦੇ ਉੱਤੇ ਲਗਾਤਾਰ ਜਿਹੜਾ ਕਿਹਾ ਜਾ ਰਿਹਾ ਜਥੇਬੰਦੀਆਂ ਵੱਲੋਂ ਜਾਂ ਜਥੇਬੰਦੀਆਂ ਨੂੰ ਸਿੱਧਾ ਨਹੀਂ ਕਿਹਾ ਜਾ ਰਿਹਾ ਤਾਂ ਸਿੱਧੇ ਢੰਗ ਨਾਲ ਕਿਹਾ ਜਾ ਰਿਹਾ ਕਿ ਉਹ ਬੀਜੇਪੀ ਦੇ ਨਾਲ ਜੁੜੇ ਹੋਏ ਸੀ ਤੇ ਬੀਜੇਪੀ ਦੀ ਸ਼ਹਿਤ ਹੀ ਸਾਰਾ ਕੁਝ ਹੋਇਆ। ਤੇ ਦੂਜੇ ਪਾਸੇ ਜਿਹੜਾ ਦੀਪ ਸਿੱਧੂ ਦਾ ਪੱਖ ਹੈ ਤਾਂ ਉੱਥੇ ਉਹ ਕਿਹਾ ਜਾਂਦਾ, ਜਿਹੜਾ ਕਹਿੰਦਾ ਕਿ ਹੁਣ ਸਟੇਜ ਕਾਮਰੇਡਾਂ ਕੋਲ ਹੈ, ਕਾਮਰੇਡ ਆਪਣੀ ਮਰਜ਼ੀ ਨਾਲ ਇਸ ਸਿਸਟਮ ਨੂੰ ਚਲਾ ਰਹੇ ਆ ਤੇ ਜੇ ਝੰਡਾ ਚੜ੍ਹ ਗਿਆ ਸੀ ਤਾਂ ਕਾਮਰੇਡਾਂ ਨੂੰ ਜ਼ਿਆਦਾ ਤਕਲੀਫ ਹੋਈ ਹੈ ਸਰਕਾਰ ਨਾਲੋਂ। ਹੁਣ ਇਹ ਮੁੱਦਾ ਕਿੱਧਰ ਜਾ ਰਿਹਾ, ਕੀ ਇਹ ਰੰਗਤ ਲਵੇਗਾ, ਕੀ ਦੀਪ ਸਿੱਧੂ ਦੇ ਜਿਹੜੇ ਨਾਲ ਰਹਿੰਦੇ ਆ ਜਾਂ ਸ਼ੰਭੂ ਮੋਰਚੇ ਤੇ ਉਹਨਾਂ ਦੇ ਨਾਲ ਰਹੇ ਉਹਨਾਂ ਦਾ ਸੋਚਣਾ ਹੈ। ਸਾਡੇ ਨਾਲ ਉਹਨਾਂ ਵਿੱਚੋਂ ਇੱਕ ਨੇ ਹਰਦੀਪ ਸਿੰਘ ਡੋੜ, ਜੋ ਕਿ ਸ਼ੰਭੂ ਮੋਰਚੇ ਤੇ ਦੀਪ ਸਿੱਧੂ ਦੇ ਨਾਲ ਡਟੇ ਹੋਏ ਸੀ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਰਦੀਪ ਡੋੜ ਜੀ, ਸਵਾਗਤ ਹੈ ਤੁਹਾਡਾ ਜ਼ਿੰਦਾਬਾਦ ਚੈਨਲ। ਧੰਨਵਾਦ ਜੀ ਸਾਰਿਆਂ ਤੁਹਾਡਾ ਵੀ ਤੇ ਦਰਸ਼ਕਾਂ ਦਾ ਵੀ। ਪਹਿਲਾ ਸਵਾਲ, ਕੀ ਲੱਗ ਰਿਹਾ ਜਿਹੜਾ ਹੁਣ ਚੱਲ ਰਿਹਾ ਹੈ ਸੋਸ਼ਲ ਮੀਡੀਆ ਉੱਤੇ ਚੱਲ ਰਿਹਾ, ਦੀਪ ਸਿੱਧੂ ਦੇ ਬਾਰੇ ਵੀ ਕਿਹਾ ਜਾਂਦਾ ਕਿ ਬੀਜੇਪੀ ਦੇ ਕਹਿਣ ਤੇ ਸਾਰਾ ਕੰਮ ਹੈ, ਇੱਕ ਲੀਡਰ ਬਣਾ ਕੇ ਪੇਸ਼ ਕੀਤਾ ਜਾਵੇਗਾ ਆਉਣ ਵਾਲੇ ਸਮੇਂ ਦੇ ਵਿੱਚ, ਕੀ ਲੱਗਦਾ ਤੁਹਾਨੂੰ ਇਹ ਸਾਰਾ? ਦੇਖੋ ਜੀ, ਇਹ ਜਿਹੜੀਆਂ ਗੱਲਾਂ ਨਾ ਵੀ ਦੀਪ ਸਿੱਧੂ ਨੂੰ ਬੀਜੇਪੀ ਦਾ ਲੀਡਰ ਬਣਾ ਕੇ ਪੇਸ਼ ਕਰਨਾ, ਇਹ ਤਾਂ ਇੱਕ ਹਾਸੋਹੀਣੀ ਗੱਲ ਹੈ ਵੀ ਅਸੀਂ ਅੰਦਾਜ਼ਾ ਲਾਈ ਜਾਂਦੇ ਵੀ ਇੱਦਾਂ ਕਰਨਗੇ। ਪਰ ਜੇ ਦੀਪ ਸਿੱਧੂ ਤਾਂ ਪਹਿਲੇ ਦਿਨੋਂ ਹੀ ਜਿਹੜੀ ਗੱਲ ਕਰਦਾ ਸੀ, ਖੁਦਮੁਖਤਿਆਰੀ ਦੀ ਗੱਲ ਕਰਦਾ ਸੀ, ਪੰਜਾਬ ਦੇ ਜਿਹੜੇ ਹੱਕ ਹੈ, ਜਿਹੜੇ ਸਾਨੂੰ ਆਜ਼ਾਦੀ ਵੇਲੇ ਤਾਂ ਸਾਨੂੰ ਇਹ ਕਿਹਾ ਗਿਆ ਸੀ ਵੀ ਤੁਸੀਂ ਕੁਰਬਾਨੀਆਂ ਸਭ ਤੋਂ ਵੱਧ ਦਿੱਤੀਆਂ, ਔਰ ਜੇ ਵੱਧ ਦਿੱਤੀਆਂ ਤਾਂ ਸਾਡਾ ਹੱਕ ਬਣਦਾ ਪੰਜਾਬ ਸਾਡੇ ਵੱਧ ਅਧਿਕਾਰਾਂ ਦਾ, ਸਾਨੂੰ ਵੱਧ ਅਧਿਕਾਰ ਚਾਹੀਦੇ ਆ। ਜੇ ਉਹੀ ਦੀਪ ਸਿੱਧੂ ਵੱਧ ਅਧਿਕਾਰਾਂ ਦੀ ਗੱਲ ਕਰਦਾ ਸੀ ਵੀ ਜਿਹੜੀ ਜੜ ਫੜਦਾ ਸੀਗਾ, ਔਰ ਉਹ ਜੜ ਜ਼ਰੂਰੀ ਸੀ। ਜੇ ਅੱਜ ਮੰਨ ਕੇ ਚੱਲੋ ਮਤੇ ਦੀ ਗੱਲ ਲੈ ਲਈਏ, ਜੇ ਉਸ ਟਾਈਮ ਵੀ ਜੇ ਸੰਤ ਵੀ ਜਰਨੈਲ ਸਿੰਘ ਵੀ ਕਰਦੇ ਸੀ ਮਤੇ ਦੀ ਗੱਲ, ਮਤੇ ਤਾਂ ਇਹੀ ਕਰਦੇ ਸੀ ਨਾ ਆਨੰਦਪੁਰ ਦੇ ਵੀ ਸਾਨੂੰ ਵੱਧ ਅਧਿਕਾਰਾਂ ਦੀ ਗੱਲ ਹੋਣੀ ਚਾਹੀਦੀ ਹੈ। ਅਧਿਕਾਰ ਸਾਨੂੰ ਮਿਲਣਗੇ ਤਾਂ ਅਸੀਂ ਆਪਦੇ ਫੈਸਲੇ ਖੁਦ ਕਰਾਂਗੇ। ਜੇ ਉਹ 36 ਸਾਲ ਪਹਿਲਾਂ ਇਹ ਗੱਲ ਕਰਦੇ ਸੀ, ਦੇਖੋ ਅੱਜ ਅਸੀਂ ਖਮਿਆਜਾ ਭੁਗਤ ਰਹੇ ਹਾਂ। ਅੱਜ ਸਾਨੂੰ ਖੇਤੀ ਕਾਨੂੰਨ ਬਿੱਲਾਂ ਸਾਡੇ 'ਤੇ ਥੋਪਿਆ ਜਾ ਰਿਹਾ ਤੇ ਅਸੀਂ ਉਹ ਕੈਂਸਲ ਕਰਾਉਣ ਵਾਸਤੇ ਸਾਡੇ ਬਜ਼ੁਰਗ ਮਾਵਾਂ ਸੜਕਾਂ 'ਤੇ ਬੈਠੇ ਆ। ਸੋ ਇਹ 36 ਸਾਲ ਪਹਿਲਾਂ ਵੀ ਤੇ ਆਜ਼ਾਦੀ ਵੇਲੇ ਵੀ ਇਹੀ ਤਾਂ ਸਾਡੀ ਲੜਾਈ ਸੀ ਨਾ, ਵੀ ਸਾਡੇ ਜਦੋਂ ਕੁਰਬਾਨੀਆਂ ਦਿੱਤੀਆਂ ਅਸੀਂ, ਫਾਂਸੀਆਂ ਦੇ ਚੜ੍ਹੇ, ਕਾਲੇ ਪਾਣੀ ਦੀ ਸਜ਼ਾ ਸੀ ਵੱਧ ਅਸੀਂ ਭੋਗੀ, ਤੇ ਪਰ ਜਦੋਂ ਸਾਡੇ ਹੱਕਾਂ ਦੀ ਗੱਲ ਆਉਂਦੀ ਹੈ ਤੇ ਸਾਡੀ ਕੋਈ ਗੱਲ ਨਹੀਂ ਸੁਣਦਾ। ਤੇ ਦੀਪ ਸਿੱਧੂ ਵੀ ਉਹਦੀ ਖੁਦਮੁਖਤਿਆਰੀ ਨੂੰ ਲੈ ਕੇ, ਆਨੰਦਪੁਰ ਦੇ ਮਤੇ ਨੂੰ ਲੈ ਕੇ ਗੱਲ ਕਰਦਾ ਹੀ, ਪਰ ਯੂਨੀਅਨ ਕਿਤੇ ਨਾ ਕਿਤੇ ਕਹਿ ਰਹੀ ਸੀ ਵੀ ਨਹੀਂ, ਇਹ ਸਾਡੇ ਗੱਲ ਇਕੱਲੇ ਖੇਤੀ ਕਾਨੂੰਨਾਂ ਦੀ ਹੈ। ਪਰ ਉਹ ਇੱਕ ਗੱਲ ਸੋਚਣ ਵਾਲੀ ਹੈ। ਦੇਖੋ, ਜੇ ਖੇਤੀ ਕਾਨੂੰਨ ਰੱਦ ਵੀ ਕਰਨ ਦੇ ਆਉਣ ਵਾਲੇ ਟਾਈਮ 'ਚ ਫਿਰ ਤੁਹਾਡੇ 'ਤੇ ਕੋਈ ਨਾ ਕੋਈ ਥੋਪਿਆ ਜਾਂਦਾ, ਤੇ ਦੀਪ ਸਿੱਧੂ ਕਹਿੰਦਾ ਆਪਾਂ ਜਾੜੀ ਫੜੋ। ਮਸਲਾ ਇਹ ਹੈ। ਹੁਣ ਉਹਨੂੰ ਬਣਾ ਕੇ ਪੇਸ਼ ਕੀਤਾ ਵੀ ਬੀਜੇਪੀ ਦਾ ਹੈ, ਉਹ ਤਾਂ ਗੱਲਾਂ ਨੇ। ਜੇ ਉਹ ਤੁਸੀਂ ਕਿਤੋਂ ਵੀ ਲੱਗਦਾ ਹੀ ਨਹੀਂ ਆਪਾਂ ਨੂੰ, ਠੀਕ ਹੈ, ਇੱਕ ਬੰਦਾ ਕਿਸੇ ਨਾਲ ਪੁਰਾਣਾ ਪਿਛੋਕੜ ਹੁੰਦਾ, ਉਹਦੇ ਨਾਲ ਉਹਦੀਆਂ ਫੋਟੋਆਂ ਵੀ ਹੁੰਦੀਆਂ, ਤਾਂ ਬਥੇਰੇ ਲੋਕਾਂ ਦੀਆਂ ਫੋਟੋਆਂ, ਜਥੇਬੰਦੀਆਂ ਦੇ ਵੀ ਕਿਸੇ ਨਾ ਕਿਸੇ ਨਾਲ ਫੋਟੋ ਹੋ ਸਕਦੀ ਹੈ, ਪਰ ਇਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹ ਬੀਜੇਪੀ ਦਾ ਬੰਦਾ। ਅੱਛਾ, ਜਦੋਂ
ਬੀਜੇਪੀ ਦਾ ਤੁਸੀਂ ਕਿਹਾ ਉਹਨਾਂ ਨੂੰ ਬੰਦਾ ਨਹੀਂ ਕਹਿ ਸਕਦੇ। ਜਦੋਂ ਜਥੇਬੰਦੀਆਂ ਇਸ ਵਕਤ ਲਾੜੀ ਸਿਰਫ ਬਿੱਲਾਂ ਤੇ ਰਹੀਆਂ ਸੀ ਤਾਂ ਦੀਪ ਸਿੱਧੂ ਵੱਲੋਂ ਉਦੋਂ ਹੀ ਆ ਕੇ ਪਹਿਲਾਂ ਦੀਪ ਸਿੱਧੂ ਨਾ ਕੋਈ ਅੰਦੋਲਨ ਦੇ ਵਿੱਚ ਰਹੇ ਨਾ ਕਿਤੇ, ਉਦੋਂ ਹੀ ਜਦੋਂ ਕਿਸਾਨੀ ਬਿੱਲਾਂ ਦੀ ਗੱਲ ਜਥੇਬੰਦੀਆਂ ਕਰਨ ਲੱਗੀਆਂ ਤਾਂ ਇੱਕ ਵੱਖਰਾ ਸ਼ੰਭੂ ਤੇ ਮੋਰਚਾ ਲਾ ਦਿੱਤਾ। ਕਿਤੇ ਨਾ ਕਿਤੇ ਜਿਹੜਾ ਸ਼ੱਕ ਪੈਦਾ ਨਹੀਂ ਹੁੰਦਾ ਕਿ ਵਾਕਈ ਕਿਤੇ ਇਹ ਕੋਈ ਸਰਕਾਰ ਦੀ ਸ਼ਹਿ ਤੇ ਨਾ ਹੋਵੇ, ਜਿਹੜਾ ਇਹ ਜਥੇਬੰਦੀਆਂ ਕਹਿ ਰਹੀਆਂ ਕਿ ਇਹ ਗੱਲ ਦੇ ਵਿੱਚ ਕੋਈ ਸੱਚਾਈ ਹੋਵੇ ਵੀ ਉਸ ਮੌਕੇ ਦੀਪ ਸਿੱਧੂ ਦਾ ਲਾਂਚ ਹੋਣਾ ਕਿਵੇਂ ਲੱਗਦਾ? ਦੇਖੋ ਦੀਪ ਸਿੱਧੂ ਜਿਵੇਂ ਆਪਾਂ ਪਹਿਲਾਂ ਦੇਖੀਏ ਨਾ, ਜਦੋਂ ਕਰੋਨਾ ਆਇਆ ਤੇ ਆਪਣਾ ਲੋਕਡਾਊਨ ਲੱਗਿਆ, ਉਦੋਂ ਵੀ ਸੋਸ਼ਲ ਮੀਡੀਆ ਤੇ ਐਕਟਿਵ ਹੋ ਗਿਆ ਸੀਗਾ, ਗੱਲਾਂ ਕਰਦਾ ਸੀ। ਔਰ ਬੰਦੇ 'ਚ ਕਦੋਂ ਇਹ ਭਾਵਨਾ ਆਉਂਦੀ ਹੈ ਇਹ ਜ਼ਰੂਰੀ ਨਹੀਂ ਹੁੰਦਾ। ਜਿਹਦੇ ਆਪਾਂ ਨੂੰ ਪਤਾ ਲੱਗਿਆ ਵੀ ਇਹ ਬਿੱਲ ਆ ਰਹੇ ਆ, ਥੋਪਿਆ ਜਾ ਰਿਹਾ, ਇੱਕ ਮੁੱਦਾ ਸੀਗਾ ਤੇ ਮੁੱਦੇ ਨੂੰ ਲੈ ਕੇ ਲੋਕ ਵੀ ਚਾਹੁੰਦੇ ਸੀ ਵੀ ਹਾਂ ਆਪਾਂ ਇਹ ਕਾਨੂੰਨਾਂ ਦੇ ਉਲਟ ਵੀ ਸੈਂਟਰ ਸਾਡੇ ਤੇ ਜਿਹੜਾ ਥੋਪ ਰਿਹਾ ਵੀ ਇਹਦੇ ਅਸੀਂ ਵਿਰੁੱਧ ਲੜਾਈ ਲੜਨੀ ਆ। ਤੇ ਉਹ ਇੱਕ ਮੌਕੇ ਤੇ ਹੀ ਕੋਈ ਨਾ ਕੋਈ ਪ੍ਰੋਗਰਾਮ ਤੇ ਕੋਈ ਨਾ ਕੋਈ ਗੱਲ ਕੀਤੀ ਜਾ ਸਕਦੀ ਹੈ। ਜੇ ਮੰਨ ਕੇ ਚਲੋ ਪ੍ਰੋਗਰਾਮ ਲੰਘਣ ਤੋਂ ਬਾਅਦ ਕੋਈ ਪ੍ਰੋਗਰਾਮ ਰੱਖਿਆ ਜਾਂਦਾ ਤੇ ਉਹਨਾਂ ਉਹਨੂੰ ਬੂਸਟ ਨਹੀਂ ਮਿਲਦਾ। ਪਰ ਇਹਨੂੰ ਇਹ ਜੋੜ ਲੈਣਾ ਨਹੀਂ ਵੀ ਇਹਨੂੰ ਪਲਾਂਟ ਕਰਕੇ ਭੇਜਿਆ ਗਿਆ, ਤਾਂ ਇਹ ਗੱਲ 'ਚ ਨਹੀਂ ਕੋਈ ਜ਼ਿਆਦਾ ਵਜਨ ਵਾਲੀ ਗੱਲ ਨਹੀਂ ਹੈ। ਕਿਉਂਕਿ ਦੀਪ ਸਿੱਧੂ ਤਾਂ ਉਹ ਗੱਲਾਂ ਕਰਦਾ ਜਿਹੜੀ ਸੈਂਟਰ ਨਾਲ ਉਲਟਾ ਗੱਲ ਆ। ਜਿਹੜੀ ਤੁਸੀਂ ਇਹ ਦੇਖੋ, ਜੇ ਬੀਜੇਪੀ ਦਾ ਬੰਦਾ ਹੋਵੇ ਉਹ ਸੈਂਟਰ ਤੋਂ ਇਹ ਥੋੜ੍ਹੀ ਕਹੂਗਾ ਸਾਨੂੰ ਖੁਦ ਮੁਖਤਿਆਰੀ ਦਿਓ, ਵੱਧ ਅਧਿਕਾਰਾਂ ਦੀ ਗੱਲ ਥੋੜ੍ਹੀ ਲਊਗਾ। ਤੇ ਵੱਧ ਅਧਿਕਾਰਾਂ ਦੀ ਤਾਂ ਗੱਲ ਫਿਰ ਸੰਤ ਵੀ ਕਰਦੇ ਸੀਗੇ। ਸੋ ਵੱਧ ਅਧਿਕਾਰਾਂ ਦੀ ਗੱਲ ਜੇ ਤਾਂ ਅਸੀਂ ਮੰਨੀਏ ਵੀ ਦੀਪ ਸਿੱਧੂ ਗੱਲ ਬੀਜੇਪੀ ਦੀ ਪੱਖ ਦੀ ਕਰਦਾ, ਫਿਰ ਤਾਂ ਅਸੀਂ ਕੋਈ ਗੱਲ ਮੰਨਦੇ ਹਾਂ। ਦੀਪ ਸਿੱਧੂ ਤਾਂ ਵੇਖ ਲਓ ਅੱਜ ਇਹੋ ਜਿਹੀਆਂ ਗੱਲਾਂ ਕਰਕੇ ਤਾਂ ਅੱਜ ਉਹ ਜੇਲ੍ਹ 'ਚ ਹੈ, 307 ਦਾ ਪਰਚਾ। ਫਿਰ ਤਾਂ ਉਹ ਇਹਦਾ ਕਿਤੇ ਵੀ ਨਹੀਂ ਨਾ ਹੋ ਸਕਦਾ ਵੀ ਇੱਕ ਬੰਦਾ ਸੈਂਟਰ ਦਾ ਹੀ ਹੋਵੇ ਤੇ ਉਹਨਾਂ ਦੀ ਬੋਲੀ ਬੋਲਣ ਦੀ ਬਜਾਏ ਸੈਂਟਰ ਉਹਨੂੰ ਹੀ ਉਲਟਾ ਫੜ ਕੇ ਅੰਦਰ ਕਰਕੇ ਤੇ ਇਹ ਜੋ ਕੁਛ ਆ ਉਹ ਕਰੇ। ਅੱਛਾ, ਇੱਕ ਪਾਸੇ ਜਿਹੜਾ ਦੀਪ ਸਿੱਧੂ ਦੇ ਜਿਹੜੇ ਸਮਰਥਕ ਹੈ ਉਹ ਇਹ ਪ੍ਰਚਾਰ ਰਹੇ ਆ ਕਿ ਦੀਪ ਸਿੱਧੂ ਨੇ ਝੰਡਾ ਚੜਾਤਾ, ਬਹੁਤ ਵਧੀਆ ਕੀਤਾ। ਤੇ ਦੀਪ ਸਿੱਧੂ ਹੁਣ ਆਪਣੀ ਜਿਹੜੀ ਬੇਲ ਦੀ ਅਰਜ਼ੀ ਲਗਾਈ ਉਹ 'ਚ ਇਹ ਲਿਖਿਆ ਉਹਨਾਂ ਨੇ ਕਿ ਮੈਂ ਤਾਂ ਜੀ ਉੱਥੇ ਭੀੜ ਨੂੰ ਸੰਭਾਲ ਰਿਹਾ ਸੀ। ਇੱਕ ਪਾਸੇ ਉਹ ਸੰਗਤ ਕਹਿੰਦੇ ਸੀ, ਇੱਕ ਪਾਸੇ ਹੁਣ ਉਹ ਭੀੜ ਹੋ ਗਈ। ਇਹ ਦੋ ਗੱਲਾਂ ਹੀ ਹੁਣ ਐਂ ਨਹੀਂ ਲੱਗਦਾ ਕਿ ਡਰੇ ਜੇ ਨਜ਼ਰ ਆ ਰਹੇ ਆ ਜਿਹੜੀਆਂ ਗੱਲਾਂ ਦਲੇਰੀ ਦੀਆਂ ਕਰ ਰਹੇ ਸੀ ਉਹ? ਦੇਖੋ ਜੋ ਅੰਦਰ ਬੇਲ ਦੇ ਕੀ ਉਹਨੇ ਐਪਲੀਕੇਸ਼ਨ ਪਾਈ ਹੈ, ਕੀ ਉਹਦੀ ਭਾਵਨਾ ਜਾਂ ਵਕੀਲ ਦੀ ਕੀ ਲੈਂਗੁਏਜ ਆ, ਉਹ ਤਾਂ ਨਹੀਂ ਮੈਂ ਜਾਣਦਾ। ਪਰ ਮੈਂ ਇੰਨਾ ਕਹਿ ਸਕਦਾ ਵੀ ਜੇ ਉਹ ਝੰਡਾ ਜੇ ਉੱਤੇ ਲਗਾ ਦਿੱਤਾ ਗਿਆ ਸੀਗਾ, ਉਹ ਸਾਡੇ ਮੈਂ ਇਹ ਗੱਲ ਨੂੰ ਚੰਗੀ ਤਰ੍ਹਾਂ ਇੱਕ ਦੱਸਣਾ ਚਾਹੁੰਦਾ ਵੀ ਜਦੋਂ ਅਸੀਂ ਜਿਹੜੀ ਲੜਾਈ ਹੈ, ਸਾਨੂੰ ਨਿਸ਼ਾਨ ਸਾਹਿਬ ਨੇ ਹੀ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ। ਅਤੇ ਜੇ ਉਹ ਹੁਣ ਕਈ ਲੋਕ ਕਹਿ ਦਿੰਦੇ ਆ ਯਾਰ ਇੱਥੇ ਧਰਮ ਦੀ ਗੱਲ ਨਾ ਕਰੋ, ਤੁਸੀਂ ਧਰਮ ਦਾ ਗੱਲ ਨਾ ਕਰੋ, ਤੁਸੀਂ ਇਹ ਸੰਘਰਸ਼ੀ ਕਿਸਾਨੀ ਸੰਘਰਸ਼ ਹੈ। ਪਰ ਜਦੋਂ ਬੰਦਾ ਸਿੰਘ ਬਹਾਦਰ ਨੇ ਸਾਨੂੰ ਇਹ ਜ਼ਮੀਨਾਂ ਦੇ ਮਾਲਕ ਬਣਾਇਆ ਤੇ ਉਸ ਟਾਈਮ ਵੀ ਇਸੇ ਨਿਸ਼ਾਨ ਸਾਹਿਬ ਥੱਲੇ ਬਣਾਇਆ। ਜੇ ਇਹ ਸਾਡਾ ਨਿਸ਼ਾਨ ਸਾਹਿਬ ਇੱਕ ਧਾਰਮਿਕ ਚਿੰਨ੍ਹ ਨਹੀਂ ਹੈ, ਨਿਸ਼ਾਨ ਸਾਹਿਬ ਸਾਨੂੰ ਹੱਕ ਸੱਚ ਦੀ ਲੜਾਈ ਲੜਨ ਵਾਸਤੇ ਸਿਖਾਉਂਦਾ। ਜਿੱਥੇ ਵੀ ਲੜਾਈ ਹੁੰਦੀ ਹੈ, ਜਿੱਥੇ ਵੀ ਜ਼ੁਲਮ ਹੁੰਦਾ, ਉਹਦੇ ਵਿਰੁੱਧ ਖੜਨ ਵਾਸਤੇ ਸਾਨੂੰ ਨਿਸ਼ਾਨ ਸਾਹਿਬ ਤੋਂ ਤਾਕਤ ਮਿਲਦੀ ਆ। ਅਤੇ ਅਸੀਂ ਉਹ ਜਦੋਂ ਤਾਕਤ ਨਾਲ ਹੀ ਲੜੀ ਜਾਂਦੇ, ਉਹ ਜਜ਼ਬੇ ਨਾਲ ਹੀ ਲੜਾਈ ਲੜੀ ਜਾਂਦੀ ਹੁੰਦੀ ਆ। ਜਦੋਂ ਜੇ ਤਾਂ ਗਜਨੀ ਦੇ ਬਾਜ਼ਾਰ 'ਚੋਂ ਔਰਤਾਂ ਨੂੰ ਛੁਡਾ ਕੇ ਲਿਆਉਂਦੇ ਸੀਗੇ, ਉਦੋਂ ਵੀ ਨਿਸ਼ਾਨ ਸਾਹਿਬ ਹੁੰਦਾ ਸੀਗਾ। ਪਰ ਉਦੋਂ ਤਾਂ ਇਹ ਨਹੀਂ ਕਿਹਾ ਵੀ ਇਹ ਤਾਂ ਮਸਲਾ ਹੋ ਰਿਹਾ ਤਾਂ ਧਰਮ ਦਾ ਚਿੰਨ੍ਹ ਤੁਸੀਂ ਲਈ ਫਿਰਦੇ। ਪਰ ਨਹੀਂ, ਇਹ ਸਾਡਾ ਇਕੱਲਾ ਧਾਰਮਿਕ ਚਿੰਨ੍ਹ ਨਹੀਂ, ਹੱਕ ਸੱਚ ਦੀ ਲੜਾਈ ਲੜਨ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਜਦੋਂ ਮਾਛੀਵਾੜੇ ਦੇ ਜੰਗਲਾਂ 'ਚ ਸੀ, ਉਹਨਾਂ ਨੂੰ ਆ ਕੇ ਕਿਹਾ ਗਿਆ ਵੀ ਤੁਸੀਂ ਇੰਨੀ ਗੱਲ ਔਰੰਗਜ਼ੇਬ ਨੂੰ ਕਹਿ ਦਿਓ ਵੀ ਤੁਸੀਂ ਹਾਰ ਮੰਨ ਲਈ ਆ ਅਤੇ ਇਹ ਸਾਰਾ ਕੁਛ ਤੁਸੀਂ ਹਾਰ ਤਾਂ ਚੁੱਕੀ ਆ, ਤੁਸੀਂ ਤੁਹਾਡਾ ਰਾਜ ਭਾਗ ਵੀ ਗਿਆ, ਤੁਹਾਡੇ ਸਰਬੰਸ ਵੀ ਵਾਰਿਆ ਗਿਆ। ਪਰ ਗੁਰੂ ਗੋਬਿੰਦ ਸਿੰਘ ਜੀ ਦੇ ਨਹੀਂ, ਕਹਿੰਦਾ ਗੱਲ ਮੇਰੀ ਨਹੀਂ ਹੈ, ਗੱਲ ਹੱਕ ਸੱਚ ਦੀ ਹੈ। ਜੇ ਮੈਂ ਇਹਨਾਂ ਉਹ ਝੂਠ ਹੈ ਜ਼ਬਰ ਅਤੇ ਅਸੀਂ ਸੱਚ 'ਤੇ ਖੜ੍ਹੇ ਹਾਂ। ਜੇ ਮੇਰੇ ਕਹਿਣ ਨਾਲ ਵੀ ਮੈਂ ਹਾਰ ਗਿਆ ਅਤੇ ਸੱਚ ਨੇ ਹਾਰ ਜਾਣਾ। ਸੋ ਗੱਲ ਉਹ ਜੇ ਲਾਲ ਕਿਲ੍ਹੇ ਨੂੰ ਟੱਕਰ ਵੀ ਦਿੱਤੀ ਆ ਕਿਸੇ ਟਾਈਮ, ਜਦੋਂ ਕੋਈ ਹੋਰ ਝੰਡਾ ਨਹੀਂ ਲਾ ਸਕਦਾ ਸੀ, ਉਹ ਵੀ ਨਿਸ਼ਾਨ ਸਾਹਿਬ ਹੀ ਸੀ। ਨਿਸ਼ਾਨ ਸਾਹਿਬ ਨੇ ਟੱਕਰ ਦਿੱਤੀ ਹੈ। ਜੇ ਨਿਸ਼ਾਨ ਸਾਹਿਬ ਨੇ ਟੱਕਰ ਦਿੱਤੀ ਹੈ ਤਾਂ ਅੱਜ ਹਿੰਦੁਸਤਾਨ ਆ ਅਤੇ ਤਿਰੰਗਾ, ਨਹੀਂ ਤਾਂ ਇਹ ਮੁਲਕ ਹੀ ਨਹੀਂ ਹੋਣਾ ਸੀਗਾ ਅਤੇ ਨਾ ਹੀ ਅਸੀਂ ਹੋਣੇ ਸੀਗੇ। ਸੋ ਨਿਸ਼ਾਨ ਸਾਹਿਬ ਨੂੰ ਐਡਾ ਨੈਗੇਟਿਵ ਵੀ ਪ੍ਰਚਾਰਨਾ ਵੀ ਇਹ ਲੱਗ ਕਾਹਤੋਂ ਗਿਆ, ਧਾਰਮਿਕ ਲੱਗ ਗਿਆ। ਤੁਸੀਂ ਇਹ ਦੇਖੋ ਵੀ ਜੇ ਚੜ੍ਹਦੀ ਕਲਾ ਦੀ ਗੱਲ ਹੋਈ ਸੀ, ਨਿਸ਼ਾਨ ਸਾਹਿਬ ਨੂੰ ਇੱਕ ਕੋਆਪਰੇਟ ਸੈਕਟਰ ਨੂੰ ਦਿੱਤਾ ਗਿਆ। ਅਸੀਂ ਤਾਂ ਇਹ ਦੱਸਣਾ ਸੀਗਾ ਵੀ ਕੋਆਪਰੇਟ ਸੈਕਟਰ ਦੇ ਅਸੀਂ ਨੱਥ ਪਾਈ ਆ, ਸਾਨੂੰ ਕੋਆਪਰੇਟ ਪਸੰਦ ਨਹੀਂ। ਉਹ ਇਹ ਸਰਕਾਰ ਨੂੰ ਦੱਸਣਾ ਸੀਗਾ ਔਰ ਸਰਕਾਰ ਕਿਤੇ ਤੁਹਾਡੇ ਬੈਕਫੁੱਟ 'ਤੇ ਸੀ ਉਸ ਦਿਨ। ਪਰ ਮੈਨੂੰ ਲੱਗਦਾ ਵੀ ਕਿਸੇ ਵੀ ਸਰਕਾਰ ਦੇ ਵੱਡੇ ਨੁਮਾਇੰਦੇ ਨੇ ਸਿੱਖਾਂ ਦੇ ਉਲਟ ਨਹੀਂ ਬੋਲਿਆ ਕੁਛ, ਕਿਉਂਕਿ ਜਦੋਂ ਤਾਂ ਨਿਸ਼ਾਨ ਸਾਹਿਬ ਚੀਨ ਦੇ ਬਾਰਡਰ 'ਤੇ ਲੱਗਣਾ, ਉਦੋਂ ਤਾਂ ਸਿੱਖ ਬੜੇ ਯਾਦ ਆ ਜਾਂਦੇ ਆ। ਉਹ ਤਾਂ ਰਾਜਨਾਥ ਕਹਿੰਦਾ ਦੁਬਾਰਾ ਜਕਾਰਾ ਲਾਓ, ਠੀਕ ਹੈ ਨਾ। ਅਤੇ ਉਦੋਂ ਫਿਰ ਸਰਕਾਰ ਕਿਉਂ ਨਹੀਂ ਕਹਿੰਦੀ ਵੀ ਇਹ ਸਰਕਾਰ ਸਾਡੇ ਦੇਸ਼ ਦਾ ਮਸਲਾ ਵੀ ਨਿਸ਼ਾਨ ਸਾਹਿਬ ਲਾਓ ਅਤੇ ਚੀਨ ਦੇ ਬਾਰਡਰ ਨੇ ਝੰਡਾ ਲਾਓ, ਅਤੇ ਨਿਸ਼ਾਨ ਸਾਹਿਬ ਨਹੀਂ ਲੱਗਣਾ ਚਾਹੀਦਾ। ਉਹ ਤਾਂ ਆਪ ਕਹਿੰਦੇ ਲਾਓ, ਉਹਨਾਂ ਨੂੰ ਪਤਾ ਵੀ ਇਹਨਾਂ ਨੂੰ ਤਾਕਤ ਉੱਥੋਂ ਮਿਲਦੀ ਹੈ। ਪਰ ਉਹਨਾਂ ਨੇ ਵੀ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਇੰਨਾ ਨਹੀਂ ਭੰਡੀ ਪ੍ਰਚਾਰ ਕੀਤਾ ਜਿੰਨਾ ਸਾਡੇ ਬੰਦਿਆਂ ਨੇ ਕਰਤਾ। ਪਰ ਜਦੋਂ ਅਸੀਂ ਬੈਰੀਅਰ ਤੋੜ ਕੇ ਇੱਥੇ ਦਿੱਲੀ ਤੱਕ ਪਹੁੰਚ ਗਏ, ਉਹ ਸੋਧਾਂ 'ਤੇ ਆ ਗਏ। ਔਰ ਉਦੋਂ ਬਾਅਦ ਜਦੋਂ ਅਸੀਂ ਉੱਥੇ ਬੈਠ ਕੇ ਪੱਕੇ ਟੈਂਟ ਲਾ ਲਏ,
ਔਰ ਇੱਕ ਸਾਈਡ ਖੋਲਤੀ ਚੰਗਾ 25 ਕਿਲੋਮੀਟਰ ਪਿੱਛੇ ਬੈਠ ਗਏ, ਉਹਨਾਂ ਨੂੰ ਪਤਾ ਲੱਗ ਗਿਆ, ਉਹਨਾਂ ਨੂੰ ਅਸਰ ਹੀ ਕੋਈ ਨਹੀਂ ਉਹਨਾਂ ਤੇ। ਹੁਣ ਕਲੇਸ਼ ਪੈਣਾ ਕਿੱਥੋਂ? ਮੈਂ ਸਾਰੀ ਗੱਲ ਤੁਹਾਡੇ ਉੱਥੇ ਹੀ ਆਉਣਾ। ਹੁਣ ਜਦੋਂ ਅਸੀਂ ਦਿੱਲੀ ਨੂੰ ਘੇਰੀ ਬੈਠੇ ਹਾਂ, ਅਸੀਂ ਹਵਾਲਾ ਦਿੰਦੇ ਹਾਂ ਇਤਿਹਾਸ ਦਾ ਵੀ ਮੋਰਚੇ ਲੱਗੇ। ਮੋਰਚੇ ਦਾ ਮਤਲਬ ਹੈ ਵੀ ਜਦੋਂ ਤੁਸੀਂ ਅਗਲੇ ਦਾ ਦਾਣਾ ਪਾਣੀ ਬੰਦ ਕਰ ਦਿਓ। ਤੁਸੀਂ ਜੇ ਘੇਰਨਾ ਪ੍ਰੋਪਰ ਤਰੀਕੇ ਨਾਲ ਪੁਰਾਣਾ ਰਿੰਗ ਰੋਡ ਉੱਥੇ ਘੇਰੋ ਜਿੱਥੇ ਦਿੱਲੀ ਨੂੰ ਪ੍ਰੈਸ਼ਰ ਪੈਣਾ। ਤੁਸੀਂ ਘੇਰੋ ਕੋਆਪਰੇਟ ਜਗਰਾਓਂ ਆਪਣਾ ਗੁੜਗਾਓਂ, ਜਿੱਥੇ ਕੋਆਪਰੇਟ ਦਾ ਹੱਬ ਹੈ, ਜਿੱਥੇ ਉਹਨਾਂ ਦੇ ਆਫਿਸ ਹੈ, ਵੀ ਉੱਥੇ ਬੈਠਾਂਗੇ ਤਾਂ ਮਸਲਾ ਹੱਲ ਹੋਣਾ। ਹੁਣ ਜਿੱਦਣ ਦੇ ਅਸੀਂ ਬਾਹਰ ਬੈਠੇ ਹਾਂ ਤੇ ਉੱਥੇ ਮਸਲਾ ਉਹ ਸਰਕਾਰ ਦੇ ਅਸਰ ਹੀ ਕੋਈ ਨਹੀਂ। ਹੁਣ ਜਿਹੜਾ 26 ਨੂੰ ਵੀ ਏ ਸੀ ਹੋਇਆ ਨਾ, ਜਿਨ੍ਹਾਂ ਨੂੰ ਲੋਕਾਂ ਨੂੰ ਨੌਲੇਜ ਸੀ ਵੀ ਅਸੀਂ ਪਿੰਡਾਂ 'ਚ ਨਹੀਂ ਵੜਨਾ, ਜਿਹੜਾ ਸਰਕਾਰ ਨੇ ਰੋਡ ਦਿੱਤਾ, ਲੋਕਾਂ ਨੇ ਸੋਨੂੰ ਫਤਵਾ ਜਾਰੀ ਕਰਕੇ ਮੋਦੀ ਨਾਲ ਬਿਠਾਤਾ। ਤੁਸੀਂ SHO ਨਾਲ ਮੀਟਿੰਗਾਂ ਕਰੀ ਜਾਂਦੇ ਆ ਵੀ ਕਿੱਧਰ ਦੀ ਜਾਣਾ ਕਿੱਧਰ ਦੀ ਨਹੀਂ। ਤੁਹਾਨੂੰ ਆਪਦੀ ਤਾਕਤ ਦਾ ਹੀ ਨਹੀਂ ਪਤਾ। ਤੁਸੀਂ ਲੋਕਾਂ ਨੇ ਕਿਹਾ ਵੀ ਅਸੀਂ ਰਿੰਗ ਰੋਡ ਜਾਣਾ ਜਿੱਥੇ ਦਿੱਲੀ ਨੂੰ ਅਸਰ ਪੈਣਾ, ਜਿੱਥੇ ਸਰਕਾਰ ਨੂੰ ਅਸਰ ਪੈਣਾ। ਤਾਂ ਬਗਾਵਤ ਤਾਂ ਫਿਰ ਜਦੋਂ ਇਹ ਸਾਹਮਣਾ ਕਿਹਨੇ ਸੀ? ਸੰਯੁਕਤ ਮੋਰਚੇ ਦੇ ਲੀਡਰਾਂ ਨੇ। ਜਦੋਂ ਤੁਸੀਂ ਲੀਡਰ ਅਖਵਾਉਂਦੇ ਆਪਦੇ ਨੂੰ, ਤੁਸੀਂ ਕਹਿੰਦੇ ਜੀ ਇੱਕ BJP ਦਾ ਧੜਾ ਸੀ, ਇਹਨਾਂ ਨੇ ਜੀ ਗਮਰਾਹ ਕਰਕੇ ਉੱਧਰ ਲੈ ਗਏ, ਫਿਰ ਤੁਹਾਡੀ ਲੀਡਰਸ਼ਿਪ ਨਲਾਇਕੀ ਆ। ਜੇ ਤੁਸੀਂ ਬੰਦਿਆਂ ਨੂੰ ਨਹੀਂ ਸਾਂਭ ਸਕਦੇ ਫਿਰ ਤਾਂ ਤੁਹਾਡੀ ਲੀਡਰਸ਼ਿਪ ਹੀ ਕਾਹਦੀ ਆ? ਫਿਰ ਤਾਂ ਤੁਸੀਂ ਬੰਦਿਆਂ ਨੂੰ ਸਾਂਭ ਹੀ ਨਹੀਂ ਸਕਦੇ। ਔਰ ਤੁਸੀਂ ਲੱਗਦਾ ਵੀ ਤੁਸੀਂ ਵੀ ਦਿੱਲੀ ਗਏ ਆ ਵੀ ਲੋਕ ਕੋਈ ਗਿਰਿਆ ਕੇ ਲੈ ਜਾਊਗਾ ਲੋਕਾਂ ਨੂੰ। ਨੈਵੀਗੇਸ਼ਨ ਲਾ ਕੇ ਜਾਣਾ ਪੈਂਦਾ ਦਿੱਲੀ 'ਚ। ਆਮ ਕਿੱਥੋਂ ਜਾਇਆ ਜਾਂਦਾ ਹੈ ਲਾਲ ਕਿਲ੍ਹੇ ਤੇ? ਕਿੱਥੇ ਰਿੰਗ ਰੋਡ, ਕਿੱਥੇ ਲਾਲ ਕਿਲ੍ਹਾ? ਸੋ ਇਹ ਉੱਥੇ ਬਗਾਵਤ ਦੇ ਸੁਰ ਉੱਠੇ। ਔਰ ਜਦੋਂ ਇਹਨਾਂ ਨੇ ਮੁੰਡੇ ਵਿੱਚ ਗਏ, ਕਿੱਥੇ ਤਾਂ ਇਹ ਕਹਿ ਦੇਣਾ ਸੀਗਾ ਜੀ ਚਲ ਇਹ ਐਂ ਮੰਨ ਲੈਂਦੇ ਵੀ ਅਸੀਂ ਨਿਸ਼ਾਨ ਸਾਹਿਬ ਲੱਗ ਗਿਆ, ਇਹ ਕਹਿੰਦੇ ਅਸੀਂ ਨਹੀਂ ਗਏ। ਜੇ ਮੁੰਡੇ ਗਏ ਆ ਸੈਂਟਰ ਨੂੰ ਇਹ ਗੱਲ ਤਾਂ ਕਹਿ ਸਕਦੇ ਸੀ ਨਾ, ਦੇਖੋ ਜੀ ਵੀ ਇਹ ਮਾਹੌਲ ਇੰਨਾ ਖਰਾਬ ਹੋਣਾ, ਪੰਜਾਬ 'ਚ ਵੀ ਹੋਣਾ, ਅਸੀਂ ਤੁਹਾਨੂੰ ਕਹਿ ਰਹੇ ਹਾਂ ਵੀ ਇਹ ਆਪੋ ਬਾਹਰ ਆ ਕੰਮ। ਤੁਸੀਂ ਸਮਝੋ, ਇੱਕ ਸਟੇਟਮੈਂਟ ਮੁੰਡਿਆਂ ਦੇ ਪਰਚੇ ਨਹੀਂ ਹੋਣੇ ਸੀ। ਇੱਕ ਸਰਕਾਰ ਨੇ ਵੀ 2 ਦਿਨ ਪਰਚੇ ਨਹੀਂ ਕੀਤੇ। ਇਹਨਾਂ ਦੀ ਸਟੇਟਮੈਂਟ ਦੇਖੀ ਵੀ ਕੀ ਹੈ। ਜਦੋਂ ਇਹ ਆਪ ਡਰ ਗਏ, ਇਹਨਾਂ ਨੇ ਆਪਦੇ ਮੁੰਡਿਆਂ ਨੂੰ ਗਦਾਰ ਕਹਿਤਾ। ਹੁਣ ਜਦੋਂ ਗਦਾਰ ਕਿਹਾ, ਹੁਣ ਗਦਾਰ ਦਾ ਮਤਲਬ ਵੀ ਤੁਸੀਂ ਆਪਦੀ ਤਾਕਤ ਨੂੰ ਘਟਾਉਣਾ। ਕਿੱਥੇ ਦਾ ਤੁਸੀਂ ਦੁਸ਼ਮਣ ਨਾਲ ਲੜਨਾ ਹੈ। ਦੁਸ਼ਮਣ ਨਾਲ ਲੜਨ ਦਾ ਮਤਲਬ ਇਹ ਹੈ ਵੀ ਜੇ ਤੁਹਾਡਾ ਪਿੰਡ ਦਾ ਵੀ ਘਰ ਦਾ ਵੀ, ਆਪਾਂ ਘਰੇ ਆ, ਘਰੇ ਅਸੀਂ ਲੜਾਈ ਆਪਸ 'ਚ ਇਤਫਾਕ ਨਹੀਂ, ਅਸੀਂ ਗੁਆਂਢੀਆਂ ਨਾਲ ਨਹੀਂ ਲੜ ਸਕਦੇ ਜਾਂ ਪਿੰਡ 'ਚ ਕਿਸੇ ਨਾਲ ਨਹੀਂ ਲੜ ਸਕਦੇ। ਹੁਣ ਤੁਹਾਡੇ 'ਚ ਆਪਸ 'ਚ ਇਤਫਾਕ ਚਾਹੀਦਾ ਸੀਗਾ। ਤੁਸੀਂ ਮੁੰਡਿਆਂ ਨੂੰ ਕਹੋ ਵੀ ਜੇ ਕੋਈ ਗਿਆ ਤਾਂ ਉਹ ਸਰਕਾਰ ਨੂੰ ਕਹੋ ਵੀ ਇਹ ਲੋਕਾਂ ਦਾ ਗੁੱਸਾ ਹੈ, ਠੀਕ ਹੈ। ਤੁਸੀਂ ਆਪਦੇ ਬੰਦਿਆਂ ਨੂੰ ਗਦਾਰ ਕਹਿ ਕੇ ਤੋੜਿਆ। ਹੁਣ ਕੀ ਹੋਇਆ ਜਦੋਂ ਗਦਾਰ ਕਹਿਤਾ ਤੇ ਕੁਛ ਉੱਥੇ ਧੜੇ ਇਹ ਵੀ ਹੈ, ਕੁਛ ਕਹਿ ਰਿਹਾ ਵੀ ਇਹਨੂੰ ਕਾਮਰੇਡੀ ਰੰਗ ਦੇਣਾ ਤੇ ਇੱਕੋ ਬਾਰ-ਬਾਰ ਇਹ ਨਿਸ਼ਾਨ ਸਾਹਿਬ ਨਾਲ ਲਾਓ। ਉੱਥੇ ਲੰਗਰ ਵੀ ਚੱਲਦਾ, ਸਾਰਾ ਕੁਝ ਚੱਲਦਾ, ਕਿਸੇ ਨੇ ਖਾਲਿਸਤਾਨ ਦੀ ਗੱਲ ਨਹੀਂ ਕੀਤੀ। ਬਾਰ-ਬਾਰ ਸਟੇਜਾਂ ਤੋਂ ਖਾਲਿਸਤਾਨ ਆ। ਫਿਰ ਉਹ ਇੱਕ ਕਲੈਸ਼ ਹੋ ਗਿਆ। ਹੁਣ ਜੋ ਕਲੈਸ਼ ਹੋ ਗਿਆ ਉਹ ਸੋਸ਼ਲ ਮੀਡੀਆ 'ਤੇ ਵੀ ਨਜ਼ਰ ਆਉਂਦਾ, ਉਹ ਸਾਰਾ ਨਜ਼ਰ ਆਉਂਦਾ ਔਰ BJP ਨੂੰ ਵੀ ਨਜ਼ਰ ਆ ਰਿਹਾ। ਤਾਂ ਹੀ ਤਾਂ BJP ਹੁਣ ਤੁਹਾਡੇ ਨਾਲ ਗੱਲ ਨਹੀਂ ਕਰ ਰਹੀ। ਗੱਲ ਤੁਹਾਡੇ ਨਾਲ ਤਾਂ ਨਹੀਂ ਕਰ ਰਹੀ, ਤੁਸੀਂ ਪਾੜ ਚੱਲੇ ਆ। ਡਕੈਤ ਤੁਸੀਂ ਆਪਦੀ ਨਲਾਇਕੀ ਕਰਕੇ ਡਕੈਤ ਕੋਲੇ ਉਹ ਫਤਵਾ ਚਲਿਆ ਗਿਆ। ਹੁਣ ਡਕੈਤ ਹੋਈ ਪਈ। ਸੰਯੁਕਤ ਮੋਰਚੇ ਦੀ ਕੋਈ ਗੱਲ ਨਹੀਂ ਬਾਹਲੀ ਤੁਹਾਨੂੰ ਆਏ ਲੱਗਦਾ ਵੀ ਡਕੈਤ ਦੀ ਜ਼ਿਆਦਾ ਗੱਲ ਸੁਣਦੇ ਆ। ਤੁਸੀਂ ਆਪਦਾ ਵਜ਼ਨ ਰੱਖਣਾ ਸੀ ਨਾ। ਜੇ ਤੁਸੀਂ ਆਪਦੀ ਲੀਡ, ਤੁਸੀਂ ਕਹਿ ਰਹੇ ਹੋ ਵੀ BJP 4 ਬੰਦੇ ਲੈ ਗਏ ਉੱਥੋਂ, ਤੇ ਫਿਰ ਤੁਹਾਡੇ ਪੱਲੇ ਕੀ ਆ? ਤੇ ਤੁਸੀਂ ਇਹ ਅਸਲ ਦੇ ਕਿਤੇ ਨਾ ਕਿਤੇ ਲੱਗਦਾ ਵੀ ਇਹ DC ਦਫ਼ਤਰ ਘੇਰ ਕੇ SHO ਨੂੰ ਘੇਰ ਕੇ 150-200 ਬੰਦੇ ਨਾਲ ਹੱਲ ਜਾ ਕਰਾਉਣ ਵਾਲਾ ਕੰਮ ਸੀ। ਇਹਨਾਂ ਤੋਂ ਲੱਖਾਂ ਬੰਦਾ ਇਕੱਠੇ ਨਹੀਂ ਹੋਣੇ, ਇਹ ਕਰ ਸਕਦੇ ਸੀਗੇ। ਤੁਸੀਂ ਆਪ ਹੀ ਦੇਖ ਲਓ ਕਿਤੇ ਹੁਣ ਪ੍ਰੋਗਰਾਮ ਕਿੱਥੇ ਗੁੱਸਾ ਆ ਰਿਹਾ। ਜਿਹੜੇ ਮੁੰਡੇ ਕਹਿ ਰਹੇ ਵੀ ਕੁਛ ਹੋਣਾ ਚਾਹੀਦਾ, ਵੀ ਮਸਲਾ ਹੱਲ ਹੋਣਾ ਚਾਹੀਦਾ। ਮਸਲਾ ਹੱਲ ਉਦੋਂ ਹੀ ਹੋਊਗਾ ਜਦੋਂ ਸੈਂਟਰ ਦੇ ਗਲਾਵੇਂ ਛੱਤ ਪਾਇਆ। ਅਸੀਂ ਕੀ ਕੀਤਾ? ਅਸੀਂ ਇੱਥੋਂ ਗਏ 25 ਤੋਂ ਉੱਤੇ ਬੈਠੇ ਅਸੀਂ ਸਾਈਡ 'ਤੇ ਆ। ਹੁਣ ਸਾਈਡ 'ਤੇ ਬੈਠ ਕੇ ਇੱਦਾਂ ਬੈਠੇ ਆ ਜਿਵੇਂ ਤੰਬੂ ਲਾ ਕੇ, ਵੀ ਜਿਵੇਂ ਅਸੀਂ ਸੈਂਟਰ ਨੂੰ ਮਿੰਨਤਾਂ ਕੱਢਦੇ ਹਾਂ ਬਈ ਆਹ ਬੈਠੇ ਆ ਗਰੀਬ ਜੇ ਅਸੀਂ, ਤੇ ਸਾਡੇ 'ਤੇ ਕੋਈ ਹੱਲ ਕਰ ਤੇ ਸਾਨੂੰ ਤੂੰ ਕੁਛ ਦੇ। ਤੇ ਇੱਦਾਂ ਤਾਂ ਸੈਂਟਰ ਹਕੂਮਤ ਨੇ ਤੁਹਾਨੂੰ ਕਦੇ ਵੀ ਕੁਛ ਨਹੀਂ ਦੇਣਾ। ਇੱਥੇ ਮਰਨਾ ਵੀ ਪੈਂਦਾ, ਇੱਥੇ ਸ਼ਹੀਦੀਆਂ ਵੀ ਦੇਣੀਆਂ ਪੈਂਦੀਆਂ। ਔਰ ਇਹ ਜੇ ਤੁਸੀਂ ਕਹਿੰਦੇ ਆ ਵੀ ਅਸੀਂ ਕਿਤੇ ਇਹ ਗੱਲਾਂ ਇਹ ਬਚਣ ਦੇ ਮਾਰੇ ਇਸ ਗੱਲ ਤੋਂ ਕਹਿ ਦਿੰਦੇ ਜੀ ਦੇਖੋ ਜੀ 84 ਨਹੀਂ ਹੋਣ ਦਿੱਤੀ। 84 ਵਾਲੇ ਤਾਂ ਫਿਰ ਇਹ ਗੱਲ ਦੱਸ ਗਏ ਵੀ ਤੁਸੀਂ ਤਾਂ ਗੁਲਾਮ ਆ, ਤੁਹਾਡੇ ਤਾਂ ਪੱਲੇ ਹੀ ਕੁਛ ਨਹੀਂ ਗਾ। ਤੇ ਉਹ ਗੱਲ ਹੋਈ ਜਾਂਦੀ ਆ ਵੀ ਅਸੀਂ ਉਹ ਬਿੱਲ ਨਹੀਂ ਚਾਹੁੰਦੇ, ਉਹ ਸਾਡੇ ਗੱਲਾਂ 'ਚ ਪਾਉਣਾ ਚਾਹੁੰਦੇ ਆ। ਤੇ ਇਦੋਂ ਵੱਧ ਕੀ ਹੋ ਸਕਦੀ ਹੈ ਗੁਲਾਮੀ? ਹੁਣ ਜੇ ਪ੍ਰੈਸ਼ਰ ਪਾਉਣਾ ਹੈ, ਅਡਾਨੀ ਦੀ ਉਦੋਂ ਰੇਲ ਰੋਕੀ, ਜਿੱਥੋਂ ਕਲੈਸ਼ ਪੈ ਰਿਹਾ, ਅਡਾਨੀ ਦੀ ਰੇਲ ਰੋਕੀ। ਅਡਾਨੀ ਦੀ ਰੇਲ ਰੋਕੀ, ਅੱਧੇ ਯੂਨੀਅਨ ਵਾਲੇ ਆ ਕੇ ਚੁਕਾ ਗਏ। ਤੁਸੀਂ ਹੋਰ ਕਿਤੇ ਨਾ ਜਾਓ, ਅਡਾਨੀ ਦੀ ਰੇਲ 'ਤੇ ਆ ਕੇ ਬਹਿ ਜਾਓ। ਸਾਡਾ ਅਡਾਨੀ ਦਾ ਮਤਲਬ ਹੈ ਮੋਦੀ ਐਕਸਪੋਜ਼ ਹੋ ਜੂ। ਮੋਦੀ ਨੇ ਦੇਖੋ ਟਾਵਰਾਂ ਨੂੰ ਥੋੜ੍ਹਾ ਜਿਹਾ ਛੇੜਛਾੜ ਕੀਤੀ। ਮੈਂ ਨਹੀਂ ਆਉਂਦਾ ਵੀ ਨਹੀਂ ਤੋੜਨੇ ਚਾਹੀਦੇ ਕਿਸੇ ਦੇ, ਪਰ ਜਦੋਂ ਛੇੜਛਾੜੀ ਮੋਦੀ ਆਪਦੀ ਮਨ ਕੀ ਬਾਤ 'ਚ ਬੋਲਿਆ, ਦੇਖੋ ਜੀ ਇਹ ਲੋਕਾਂ ਦੀ ਪ੍ਰੋਪਰਟੀ, ਉਹਨੂੰ ਬੋਲਣਾ ਪਿਆ। ਤੇ ਇਹੀ ਗੱਲ ਹੋਈ। ਜੇ ਹੁਣ ਤੁਸੀਂ ਉੱਥੇ ਜਾ ਕੇ ਬੈਠੋਗੇ, ਰੇਲ ਰੋਕੋਗੇ ਅਡਾਨੀ ਦੀ, ਤੇ ਉਹਦੇ 'ਚ ਕੀ ਹੋਣਾ? ਮੋਦੀ ਐਕਸਪੋਜ਼ ਹੋਊਗਾ। ਤੁਸੀਂ ਮੋਦੀ ਐਂ ਤਾਂ ਨਹੀਂ ਕਹਿ ਰਹੇ ਮੈਂ ਅਡਾਨੀ ਦੇ ਨਾਲ। ਮੋਦੀ ਕਹਿ ਰਿਹਾ ਜੀ ਬਿੱਲ ਬਹੁਤ ਚੰਗੇ ਆ। ਅਸੀਂ ਕਹਿ ਰਹੇ ਹਾਂ ਤੂੰ ਅਡਾਨੀ ਦੇ ਨਾਲ, ਪਰ ਉਹਨੂੰ ਐਕਸਪੋਜ਼ ਤਾਂ ਕਰੋ ਨਾ ਦੁਨੀਆ 'ਚ।
ਤੁਸੀਂ ਕੀ ਆ, ਤੁਸੀਂ ਉੱਥੇ ਤਾਂ ਜਾਣਾ ਨਹੀਂਗਾ, ਹੋਰ ਹੀ ਪਾਸੇ ਆਪਾਂ ਤੁਰੇ ਫਿਰਦੇ ਆ। ਫਿਰ ਕਹਿੰਦੇ ਜੀ ਸਾਡੀਆਂ ਇਹ ਰੇਲਾਂ 'ਚ ਇਹ ਸਮਾਨ ਰੋਕ ਦਿੰਦੇ। ਲੋਕਾਂ ਨੂੰ ਸਮਝਾਉਣਾ ਪੈਣਾ ਵੀ ਜੇ ਤੁਹਾਨੂੰ ਆਪਣੇ ਨਾ ਜੇ ਸੈਂਟਰ ਨਾਲ ਮੱਥਾ ਲਾਉਣਾ, ਇਹ ਗੱਲ ਕੱਲੀ ਜ਼ਮੀਨਾਂ ਦੀ ਜ਼ਮੀਰਾਂ ਦੀ ਆ। ਜੇ ਜ਼ਮੀਰ ਹੈ ਤਾਂ ਜ਼ਮੀਨ ਹੈ, ਨਹੀਂ ਤਾਂ ਕਿ ਜੋ ਜ਼ਮੀਨ ਕਰਦੇ ਆ ਨਾ ਤੇ ਕਹਿੰਦੇ ਸਾਡੇ ਬਿੱਲਾਂ ਦਾ ਹੀ ਮਸਲਾ ਹੈ, ਆਪਦੇ ਗੁਰੂਆਂ ਦੇ ਨਿਸ਼ਾਨਾਂ ਨੂੰ ਭੁੱਲ ਜਾਂਦੇ ਆ। ਤੇ ਫਿਰ ਸਾਡੇ ਪੱਲੇ ਜਿੱਦਣ ਆ ਕੇ ਉਹਨਾਂ ਨੇ ਕੀ ਕਰਨਾ, ਇੱਥੋਂ ਕਣਕ ਦੇ 20 ਰੁਪਏ ਵੱਧ ਦਿੱਤੇ, ਅਸੀਂ ਚੱਕ ਕੇ ਕਣਕ ਵੇਚ ਦੇਣੀ ਆ। ਕਿਉਂਕਿ ਸਾਡੇ ਫਿਰ ਅਸੀਂ ਪਦਾਰਥਵਾਦੀ ਲੋਕ ਆ। ਜੇ ਪਦਾਰਥਵਾਦੀਆਂ ਜਦੋਂ ਅਣਖਾਂ ਨਾਲ ਜੁੜਾਂਗੇ ਤਾਂ ਅਸੀਂ ਵੇਚਣੀ ਨਹੀਂ। ਜੇ ਪਦਾਰਥਵਾਦੀ ਬਣੀ ਜਾਂਦੇ ਜਿਵੇਂ ਅਸੀਂ ਇਕੱਲੇ ਬਿੱਲ ਕਰਦੇ ਹਾਂ, ਫਿਰ ਅਸੀਂ ਉੱਥੇ ਜਾ ਕੇ ਕਣਕ ਵੇਚਾਂਗੇ। ਜਦੋਂ ਅਸੀਂ ਕਣਕ ਵੇਚੀ ਤੇ ਅਸੀਂ ਲੋਕ ਆਖਣਾ ਯਾਰ ਯੂਨੀਅਨ ਵਾਲੇ ਤਾਂ ਐਵੇਂ ਮਾਰੀ ਜਾਂਦੇ ਸੀ, ਤਾਂ 20 ਰੁਪਏ ਵੱਧ ਤਾਂ ਬਿੱਲ ਹੀ ਬਹੁਤ ਚੰਗੇ ਆ। ਇਹੀ ਗੱਲ ਹੋਣੀ ਆ। ਝੁੰਨੂਣੀ ਸਾਹਿਬ ਨੇ ਵੀ ਇਹੀ ਆਖਿਆ ਵੀ ਤੁਹਾਨੂੰ ਵੱਧ ਪੈਸੇ ਦੇਣਗੇ ਤੇ ਤੁਸੀਂ ਵੱਧ ਪੈਸੇ ਦੇ ਕੇ ਕਣਕ ਖਰੀਦਣਗੇ, ਤੁਸੀਂ ਵੇਚਣੀ ਨਹੀਂ। ਪਰ ਲੋਕ ਸਾਡੇ ਵੇਚਣਗੇ। ਪਰ ਕਿਉਂ ਅਸੀਂ ਪਦਾਰਥਵਾਦੀ ਹੋ ਰਹੇ ਹਾਂ। ਜਦੋਂ ਅਸੀਂ ਜਿਨ੍ਹਾਂ ਨੇ ਸਰਬੰਸ ਵਾਰਤਾ ਨਿਸ਼ਾਨਾਂ ਵਾਸਤੇ, ਅਸੀਂ ਉਹਨਾਂ ਦੀ ਨਹੀਂ ਕੀਤੀ। ਸਾਨੂੰ ਆਪਦਾ ਐਂ ਨਿਸ਼ਾਨ ਦਾ ਹੀ ਨਹੀਂ ਪਤਾ ਕੀ ਹੈ, ਤੇ ਅਸੀਂ ਜ਼ਮੀਰ ਦੀ ਗੱਲ ਹੀ ਨਹੀਂ ਕਰ ਰਹੇ, ਤੇ ਇਕੱਲੀ ਜ਼ਮੀਨ ਦੀ ਗੱਲ ਕਰਦੇ ਹਾਂ, ਪਦਾਰਥਵਾਦੀ ਕਰ ਰਹੇ ਹਾਂ, ਤਾਂ ਫਿਰ ਤਾਂ ਸਾਡੇ ਪੱਲੇ ਵੀ ਕੁਛ ਨਹੀਂ ਨਾ। ਸੋ ਇਹ ਗੱਲ ਬਾਰ-ਬਾਰ ਕਲੈਸ਼ ਤਾਂ ਹੋ ਰਿਹਾ, ਇੱਕ ਟਕਰਾਅ ਤਾਂ ਹੋ ਰਿਹਾ ਵੀ ਯੂਨੀਅਨ ਵਾਲੇ ਬਈ ਕੁਛ ਕਰ ਨਹੀਂ ਰਹੇ, ਐਕਸ਼ਨ ਨਹੀਂ ਦੇ ਰਹੇ, ਵੀ ਐਕਸ਼ਨ ਬਿਨਾਂ ਕੁਛ ਬਣਨਾ ਨਹੀਂ। ਇੱਕ ਅਸੀਂ ਸਾਡੇ 'ਚ ਰਹਿ ਗਿਆ ਵੀ ਭਗਤ ਬਹੁਤ ਛੇਤੀ ਬਣ ਜਾਂਦੇ ਆ। ਅਸੀਂ ਨਹੀਂ ਆਉਂਦੇ ਯੂਨੀਅਨ ਵਾਲੇ ਸਾਰੇ ਮਾੜੇ ਆ, ਪਰ ਜੇ ਯੂਨੀਅਨ ਵਾਲੇ ਉੱਤੇ ਬੈਠ ਕੇ ਜਿੱਦਣ 26 ਵਾਲਾ ਗੱਲ ਐਕਸੀਡੈਂਟ ਹੋਇਆ, 26 ਵਾਲੇ ਕਹਿੰਦੇ ਜੀ ਮੋਰਚਾ ਖਤਮ, ਜੇ ਲਾਲ ਕਿਲੇ ਜਾਵੜੇ ਮੋਰਚਾ ਖਤਮ ਕਿਵੇਂ ਹੋ ਗਿਆ ਭਾਈ? ਇਹਨਾਂ ਦੇ ਬੰਦਿਆਂ ਨੇ ਕੁਛ ਜਿਹੜੇ ਬੰਦੇ 15 ਸਹਿਮਤ ਸੀ ਵੀ ਅਸੀਂ ਸੋਧਾਂ ਤੇ ਕਰਾ ਕੇ ਉੱਠ ਜਾਣਾ, ਉਹਨਾਂ ਨੇ ਟਰਾਲੀਆਂ 'ਚ ਆ ਕੇ ਆਖਿਆ ਵਧੀਆ ਮੌਕਾ ਵੀ ਉੱਠ ਜਾਓ, ਉਹ ਮੋਰਚਾ ਖਤਮ ਜੀ, ਮੋਰਚਾ ਖਤਮ। 26 ਨੂੰ ਤਾਂ ਲੋਕ ਮੰਨ ਲਓ ਕਿ ਜਿਹੜੇ ਗਏ ਸੀ ਉਹ ਮੁੜਨੇ ਸੀ, ਇਹਨਾਂ ਨੇ ਇਹ ਗੱਲ ਕੀਤੀ ਨਹੀਂ। ਦੂਜੇ ਦਿਨ ਸਟੇਜ 'ਚੋਂ ਦੱਲਾ, ਲੱਖਾ ਦੱਲਾ, ਫਲਾਨਾ ਦੱਲਾ, ਸਾਰੀ ਦੁਨੀਆ ਤੁਹਾਨੂੰ ਦੇਖ ਰਹੀ ਹੈ, ਤੁਸੀਂ ਦੱਲਾ ਸ਼ਬਦ ਵਰਤੀ ਜਾਂਦੇ ਸਟੇਜ ਤੋਂ। ਸੋ ਇਹ ਗੱਲਾਂ ਫਿਰ ਉਹ ਕਲੈਸ਼ ਆਪ ਹੀ ਵਧਾਇਆ ਨਾ, ਵਧਾਇਆ ਸੰਯੁਕਤ ਮੋਰਚੇ ਤੋਂ, ਸਟੇਜ ਤੋਂ ਹੀ ਗਿਆ ਨਾ ਤਾਂ ਲੱਖੇ ਨੇ ਵਧਾਇਆ, ਨਾ ਹੀ ਲੱਖੇ ਨੇ ਕੋਈ ਗੱਲ ਕੀਤੀ ਆ ਉਹਨੇ। ਹਾਲਾਂਕਿ ਮੈਂ ਉਹਦਾ ਫੈਨ ਨਹੀਂ, ਪਰ ਮੈਨੂੰ ਇਹ ਲੱਗਦਾ ਵੀ ਕਿਤੇ ਉਹਨੇ ਇਹੀ ਗੱਲ ਕੀਤੀ ਵੀ ਸਾਨੂੰ ਸੰਯੁਕਤ ਚੱਲਣਾ ਚਾਹੀਦਾ ਸ਼ਾਂਤ। ਪਰ ਓਵਰਆਲ ਗੱਲ ਇਹੀ ਮੁੱਕਦੀ ਆਉਂਦੀ ਹੈ, ਜੇ ਤਾਂ ਇਹ ਸੋਲਿਡ ਪ੍ਰੋਗਰਾਮ ਦੇਣਗੇ ਤਾਂ ਫਿਰ ਤਾਂ ਇਹ ਮਸਲੇ ਦਾ ਹੱਲ ਹੋਊਗਾ। ਤੇ ਜੇ ਇਹਨਾਂ ਨੇ ਕਿਹਾ ਵੀ ਅਸੀਂ ਇਹੀ ਤਰੀਕੇ ਨਾਲ ਲਿਆ ਕੇ ਰੈਲੀਆਂ ਜਗਰਾਉਂ ਕਰਕੇ ਪੰਜਾਬ 'ਚ ਰਾਜਨੀਤਿਕ ਮਾਹੌਲ ਬਣਾ ਕੇ ਸ਼ਾਂਤੀ ਵਾਂਗੂ ਵਧੀਆ ਆਪਦਾ ਲੀਡਰ ਬਣਨਾ, ਫਿਰ ਇਹਦੇ ਪੱਲੇ ਕੁਛ ਨਹੀਂਗਾ। ਫਿਰ ਤਾਂ ਸਾਨੂੰ ਇਹ ਲੱਗਦਾ ਵੀ ਲੋਕਾਂ ਨੂੰ ਜਾਗਣਾ ਪਊਗਾ ਤੇ ਬਈ ਤੁਹਾਨੂੰ ਸਹੀ ਤਰੀਕੇ ਨਾਲ ਜੇ ਹੁਣ ਜੇ ਮਨਜੀਤ ਸਰਸ ਹੈ, ਉਹ ਵਧੀਆ ਕੰਮ ਕਰ ਰਹੇ, ਉਹਨੂੰ ਸਰ ਚੰਗਾ ਕਹਿ ਰਹੇ ਆ। ਤੁਹਾਡਾ ਕੋਈ ਬੰਦਾ ਰਿਹਾ ਹੁੰਦਾ ਤੇ ਤੁਹਾਡਾ ਕੋਈ ਬੰਦਾ ਉਹਨਾਂ ਨੂੰ ਛਡਾਉਣ ਵਾਸਤੇ ਵੀ ਨਹੀਂ ਜਾਂਦਾ। ਹੁਣ ਇੱਥੋਂ ਗੁੱਸਾ ਤਾਂ ਪੈਦਾ ਹੁੰਦਾ ਨਾ। ਸੋ ਇਹ ਗੱਲਾਂ ਨਿੱਕੀਆਂ ਨਿੱਕੀਆਂ ਇਸੇ ਕਰਕੇ ਕਲੈਸ਼ ਹੋ ਰਿਹਾ। ਸੋ ਇਹ ਸਮਝਣੀ ਚਾਹੀਦੀ ਹੈ ਗੱਲ। ਫਿਰ ਤਾਂ ਕੋਈ ਪੱਲੇ ਆ, ਤੇ ਨਹੀਂ ਤਾਂ ਫਿਰ ਪੱਲੇ ਸਾਡੇ ਕੁਛ ਨਹੀਂ ਰਹਿਣਾ। ਬਹੁਤ ਬਹੁਤ ਧੰਨਵਾਦ ਜੀ। ਇਹ ਸਨ ਹਰਦੀਪ ਸਿੰਘ ਡੋਡ, ਜੋ ਕਿ ਸ਼ੰਭੂ ਮੋਰਚੇ ਦੇ ਵਿੱਚ ਦੀਪ ਸਿੱਧੂ ਦੇ ਸਾਥੀ ਰਹੇ ਹੈ। ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਦੀਪ ਸਿੱਧੂ ਨੂੰ ਬੀਜੇਪੀ ਦਾ ਏਜੰਟ ਕਹਿਣਾ ਜਾਂ ਬੀਜੇਪੀ ਦਾ ਬੰਦਾ ਕਹਿਣਾ ਸਰਾਸਰ ਗਲਤ ਹੈ, ਜਿੰਨਾ ਚਿਰ ਕੋਈ ਤੱਥ ਨਹੀਂ, ਜਿੰਨਾ ਚਿਰ ਕੋਈ ਪ੍ਰੂਫ ਨਹੀਂ। ਉਹਨਾਂ ਕਿਹਾ ਕਿ ਦੀਪ ਸਿੱਧੂ ਉਹ ਗੱਲ ਕਰਦਾ ਸੀ ਜੋ ਵੱਧ ਅਧਿਕਾਰਾਂ ਦੀ ਪੰਜਾਬ ਦੇ ਦੀ, ਜੋ ਸੰਤ ਭਿੰਡਰਾਂ ਵਾਲੇ ਬੜਾ ਲੰਮਾ ਸਮਾਂ ਪਹਿਲਾਂ ਕਰਕੇ ਗਏ ਹੈ। ਤੇ ਉਹਨਾਂ ਨਾਲ ਹੀ ਇਹ ਵੀ ਕਿਹਾ ਕਿ ਜਥੇਬੰਦੀਆਂ ਨੂੰ ਵੀ ਜਾਬਤਾ ਰੱਖਣਾ ਚਾਹੀਦਾ, ਕੋਈ ਸਖਤ ਪ੍ਰੋਗਰਾਮ ਦੇਣਾ ਚਾਹੀਦਾ ਤਾਂ ਜੋ ਸਰਕਾਰ ਦੇ ਕੰਨ 'ਤੇ ਜੂੰ ਸਰਕੇ ਤੇ ਸਰਕਾਰ ਆਪਣੇ ਜਿਹੜੇ ਉਹ 3 ਕਾਨੂੰਨ ਆ ਜੋ ਪਾਸ ਕੀਤੇ ਆ ਉਹਨਾਂ ਨੂੰ ਵਾਪਸ ਲਵੇ। ਕੈਮਰਾ ਪਰਸਨ ਲੈਮਨਦੀਪ ਦੇ ਨਾਲ ਮਨਿੰਦਰਜੀਤ ਸਿੱਧੂ, ਜਿੰਦਾਬਾਦ ਚੈਨਲ, ਫਰੀਦਕੋਟ।